ਵੈਲਕਮ ਸਟੂਡੈਂਟਸ। ਸਾਡਾ ਅੱਜ ਦਾ ਟੌਪਿਕ ਹੈ ਰੋਲ ਆਫ ਪੀਅਰ ਗਰੁੱਪ ਔਨ ਆਈਡੈਂਟੀਟੀ ਫਾਰਮੇਸ਼ਨ, ਪਹਿਚਾਣ ਨਿਰਮਾਣ ਵਿੱਚ ਸਾਥੀ ਸਮੂਹ ਦੀ ਭੂਮਿਕਾ। ਸਾਥੀ ਸਮੂਹ ਕੀ ਭੂਮਿਕਾ ਨਿਭਾਉਂਦਾ ਹੈ ਮਨੁੱਖ ਦੀ ਪਹਿਚਾਣ ਨਿਰਮਾਣ ਦੇ ਵਿੱਚ? ਨੰਬਰ 1 ਤੇ ਸਾਥੀ ਸਮੂਹ ਸਵੀਕ੍ਰਿਤੀ ਤੇ ਸੰਬੰਧਿਤਾਂ ਦੇ ਲਈ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰਦਾ ਹੈ। ਪੀਅਰ ਸਰਵ ਟੂ ਮੀਟ the child's need for acceptance and belonging। ਜਿਹੜਾ ਸਾਥੀ ਸਮੂਹ ਆ ਆਪਣੇ ਸਮੂਹ ਦੇ ਵਿਅਕਤੀਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾਧਿਅਮ ਦਾ ਕੰਮ ਕਰਦਾ ਹੈ। ਵਿਅਕਤੀ ਨੂੰ ਸਮੂਹ 'ਚ ਆਪਣੇਪਣ ਦੀ ਭਾਵਨਾ ਮਹਿਸੂਸ ਹੁੰਦੀ ਹੈ। ਉਹ ਇਸ ਦੇ ਸਾਥ ਰਾਹੀਂ ਕੁਝ ਵੀ ਕਰਨ ਲਈ ਆਤਮ ਵਿਸ਼ਵਾਸ ਨਾਲ ਤਿਆਰ ਰਹਿੰਦਾ ਹੈ। ਮਤਲਬ ਉਹਦੇ ਵਿੱਚ ਸਾਥੀ ਸਮੂਹ ਦੇ ਨਾਲ ਜਿਹੜਾ ਸੈਲਫ ਕੌਨਫੀਡੈਂਸ ਆ ਉਹ ਆ ਜਾਂਦਾ ਹੈ। ਉਹ ਹਰੇਕ ਕੰਮ ਆ ਜਿਹੜਾ ਤਿਆਰ ਹੁੰਦਾ ਹੈ ਹਰੇਕ ਕੰਮ ਨੂੰ ਕਰਨ ਲਈ। ਸਾਥੀ ਸਮੂਹ ਆਪਣੇ ਸਮੂਹ ਦੇ ਵਿਅਕਤੀਆਂ ਦੁਆਰਾ ਕੀਤੇ ਕੰਮ ਰਾਹੀਂ ਸਹੀ ਜਾਂ ਗਲਤ ਹੋਣ ਬਾਰੇ ਦੱਸਦਾ ਹੈ। ਸਾਥੀ ਸਮੂਹ ਦੇ ਵਿਅਕਤੀਆਂ ਦਾ ਕਿਸੇ ਕੰਮ ਲਈ ਪ੍ਰੋਤਸਾਹਿਤ ਕਰਨਾ ਜਾਂ ਰੋਕਣਾ ਸਮਾਜੀਕਰਨ ਦਾ ਸਕਾਰਾਤਮਕ ਜਾਂ ਨਕਾਰਾਤਮਕ ਵਿਕਾਸ ਕਰਦਾ ਹੈ। ਤਾਂ ਅਸੀਂ ਕਹਾਂਗੇ ਕਿ ਜਿਹੜਾ ਸਾਥੀ ਸਮੂਹ ਆ ਉਹਦੀ ਹੋਂਦ ਨਾਲ ਮਨੁੱਖ ਆ ਜਿਹੜਾ ਉਹ ਆਤਮ ਵਿਸ਼ਵਾਸ ਨਾਲ ਭਰ ਜਾਂਦਾ ਹੈ ਅਤੇ ਉਹ ਕੋਈ ਵੀ ਕੰਮ ਕਰਨ ਨੂੰ ਤਿਆਰ ਹੁੰਦਾ ਹੈ। ਇਸ ਦਾ ਸਹੀ ਜਾਂ ਗਲਤ ਹੋਣਾ ਉਹ ਜਿਹੜਾ ਸਕਾਰਾਤਮਕ ਅਤੇ ਨਕਾਰਾਤਮਕ ਸਮਾਜੀਕਰਨ ਵੱਲ ਨੂੰ ਇਸ਼ਾਰਾ ਕਰਦਾ ਹੈ। ਅੱਗੇ ਹੈਗਾ ਸਾਥੀ ਸਮੂਹ ਸਮਰਥਨ ਦਾ ਸਰੋਤ ਪ੍ਰਦਾਨ ਕਰਦਾ ਹੈ। ਪੀਅਰ ਪ੍ਰੋਵਾਈਡ ਸੋਰਸ ਆਫ ਸਪੋਰਟ। ਤਾਂ ਜਿਹੜਾ ਸਾਥੀ ਸਮੂਹ ਆਪਣੇ ਸਮੂਹ ਦੇ ਵਿਅਕਤੀਆਂ ਦਾ ਸਮਰਥਨ ਕਰਦਾ ਹੈ। ਜਦੋਂ ਵਿਅਕਤੀਆਂ ਨੂੰ ਖੁਸ਼ੀ ਹੁੰਦੀ ਹੈ ਜਾਂ ਉਹ ਦੁਖੀ ਹੁੰਦਾ ਹੈ ਤਾਂ ਉਹ ਸਾਰੀਆਂ ਭਾਵਨਾਵਾਂ ਨੂੰ ਸਭ ਤੋਂ ਜ਼ਿਆਦਾ ਵਧੀਆ ਢੰਗ ਨਾਲ ਸਾਥੀ ਸਮੂਹ ਨਾਲ ਹੀ ਵਟਾਂਦਰਾ ਕਰਦਾ ਹੈ। ਮਤਲਬ ਆਪਣੇ ਦੁੱਖ ਸੁੱਖ ਸਾਰੇ ਜਿਹੜਾ ਵਿਅਕਤੀ ਹੈ ਉਹ ਸਾਥੀ ਸਮੂਹ ਨਾਲ ਵੰਡਦਾ ਹੈ। ਮੁਸ਼ਕਲ ਦੇ ਸਮੇਂ ਸਾਥੀ ਸਮੂਹ ਹੀ ਆਪਣੇ ਸਮੂਹ ਦੇ ਵਿਅਕਤੀਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ, ਜਿਸ ਨਾਲ ਸਮੂਹ ਦੇ ਵਿਅਕਤੀਆਂ ਦਾ ਨਜ਼ਰੀਆ, ਵਿਵਹਾਰ, ਕੰਮ ਕਰਨ ਦਾ ਢੰਗ ਆਦਿ ਪ੍ਰਭਾਵਿਤ ਹੋਣ ਲੱਗਦੇ ਨੇ ਅਤੇ ਪਹਿਚਾਣ ਨਿਰਮਾਣ ਦਾ ਉਭਾਰ ਬਣਦੇ ਨੇ। ਤਾਂ ਇਸ ਤਰ੍ਹਾਂ ਨਾਲ ਜਿਹੜਾ ਪਹਿਚਾਣ ਨਿਰਮਾਣ ਆ, ਜਦੋਂ ਸਾਡੀਆਂ ਮਾਨਸਿਕ ਮਤਭੇਦ ਨੇ ਉਹ ਦੂਰ ਹੋ ਜਾਂਦੇ ਨੇ, ਅਸੀਂ ਆਪਣੇ ਦੁੱਖ ਜਾਂ ਸੁੱਖ ਕਿਸੇ ਹੋਰ ਨਾਲ ਵੰਡ ਲੈਂਦੇ ਹਾਂ, ਤਾਂ ਜਿਹੜਾ ਸਾਡਾ ਜਿਹੜੀ ਸਾਡੀ ਪਹਿਚਾਣ ਆ ਉਹਦੇ ਉੱਤੇ ਅਸਰ ਪੈਂਦਾ ਹੈ ਅਤੇ ਉਸੇ ਹਿਸਾਬ ਨਾਲ ਸਾਡੀ ਜਿਹੜਾ ਵਿਅਕਤੀਤਵ ਦਾ ਵਿਕਾਸ ਆ ਉਹ ਹੁੰਦਾ ਹੈ। ਫਿਰ ਹੈਗਾ ਇਕੱਠੇ ਰਹਿਣਾ ਸਿਖਾਉਂਦਾ ਹੈ। ਸਾਥੀ ਸਮੂਹਾਂ ਰਾਹੀਂ ਵਿਅਕਤੀ ਜਿਹੜੇ ਨੇ ਉਹ ਇਕੱਠੇ ਰਹਿਣਾ ਸਿੱਖਦੇ ਨੇ। ਉਹਨਾਂ 'ਚ ਸੰਬੰਧ ਬਣਾਉਣ ਅਤੇ ਛੱਡਣ ਪ੍ਰਤੀ ਸਮਝ ਦਾ ਹੋਣਾ, ਦੂਸਰਿਆਂ ਦੀ ਜ਼ਰੂਰਤਾਂ ਨੂੰ ਸਮਝਣਾ, ਉਹਨਾਂ ਅਨੁਸਾਰ ਲੋੜ ਪੈਣ 'ਤੇ ਸਮਾਯੋਜਨ, ਸਹਿਯੋਗ ਦੀ ਭਾਵਨਾ ਦੇ ਵਿਕਾਸ ਵਿੱਚ ਸਾਥੀ ਸਮੂਹ ਦੀ ਮੁੱਖ ਭੂਮਿਕਾ ਹੁੰਦੀ ਹੈ। ਜਿਸ ਲਈ ਪ੍ਰਭਾਵਸ਼ਾਲੀ ਸੰਚਾਰ ਕਰਨ ਦਾ ਕੌਸ਼ਲ, ਸਰੀਰਕ ਭਾਸ਼ਾ ਅਤੇ ਆਪਣੇ ਅਤੇ ਦੂਜਿਆਂ ਦੇ ਵਿਚਕਾਰ ਸੰਤੁਲਨ ਬਣਾਉਣ ਲਈ ਪ੍ਰਤੀਪੁਸ਼ਟੀ ਸਾਥੀ ਸਮੂਹ ਦੁਆਰਾ ਹੀ ਮਿਲਦੀ ਹੈ। ਤਾਂ ਇਸ ਤਰ੍ਹਾਂ ਨਾਲ ਸਾਥੀ ਸਮੂਹ ਆ ਜਿਹੜਾ ਬਹੁਤ ਰੋਲ ਅਦਾ ਕਰਦਾ ਹੈ, ਇਕੱਠੇ ਰਹਿਣੇ ਸਿਖਾਉਂਦਾ ਹੈ। ਅੱਗੇ ਹੈਗਾ ਨੈਤਿਕ ਵਿਕਾਸ। ਨੈਤਿਕ ਵਿਕਾਸ ਵੀ ਸਾਥੀ ਸਮੂਹ ਦੇ ਨਾਲ ਜਿਹੜਾ ਹੈ ਉਹ ਹੁੰਦਾ ਹੈ, ਸਹੀ ਢੰਗ ਨਾਲ ਹੁੰਦਾ ਹੈ। ਤਾਂ ਜਿਹੜੇ ਨੈਤਿਕਤਾ ਦੇ ਤੱਤ ਨੇ, ਜਿਵੇਂ ਸਹੀ ਕੰਮ ਕਰਨਾ, ਉੱਚ ਮੁੱਲਾਂ ਦੀ ਕਦਰ, ਮਾਤਾ ਪਿਤਾ ਅਧਿਆਪਕ ਆਦਿ ਦਾ ਸਤਿਕਾਰ ਕਰਨਾ, ਉਹਨਾਂ ਦੇ ਵਿਚਾਰਾਂ ਦੀ ਕਦਰ ਕਰਨਾ ਆਦਿ ਜਿਹੜੀਆਂ ਨੈਤਿਕਤਾ ਦੀਆਂ ਗੱਲਾਂ ਨੇ, ਇਹ ਸਾਰੀਆਂ ਜਿਹੜੀਆਂ ਨੇ ਉਹ ਸਾਥੀ ਸਮੂਹ ਦੇ ਵਿੱਚ ਹੀ ਸਿੱਖਦਾ ਹੈ ਵਿਅਕਤੀ, ਜਾਂ ਇਹ ਗੱਲਾਂ ਦਾ ਵਿਕਾਸ ਆ ਜਿਹੜਾ ਸਾਥੀ ਸਮੂਹ ਦੇ ਵਿੱਚ ਹੀ ਹੁੰਦਾ ਹੈ। ਤਾਂ ਇਸ ਤਰ੍ਹਾਂ ਨਾਲ ਸਾਥੀ ਸਮੂਹ ਆ ਜਿਹੜਾ
ਸਾਡੇ ਲਈ ਮਹੱਤਵਪੂਰਨ ਆ। ਇਸ ਤਰ੍ਹਾਂ ਦੇ ਵਿਕਾਸ ਨਾਲ ਸਾਡੇ ਵਿੱਚ ਸਮਝ ਆਉਂਦੀ ਹੈ, ਸਹਿਯੋਗਤਾ ਦੀ ਭਾਵਨਾ ਆਉਂਦੀ ਹੈ ਤੇ ਅਸੀਂ ਜਿਹੜਾ ਵਿਅਕਤੀਤਵ ਸਾਡਾ ਜਿਹੜਾ ਉਹ ਵਧੀਆ ਵਿਕਸਿਤ ਹੁੰਦਾ ਹੈ। ਫਿਰ ਹੈਗਾ ਉਚਿਤ ਸਮਾਜਿਕਤਾ ਦੀ ਪਹਿਚਾਣ ਕਰਨਾ ਸਿਖਾਉਂਦੇ ਨੇ। ਐਪਰੋਪ੍ਰੀਏਟ ਸੋਸ਼ਲ ਆਈਡੈਂਟੀਟੀ, ਅਸੀਂ ਆਪਣੀ ਪਹਿਚਾਣ ਸਮਾਜ ਦੇ ਵਿੱਚ ਸਾਥੀ ਸਮੂਹ ਨਾਲ ਵਧੀਆ ਢੰਗ ਨਾਲ ਬਣਾ ਸਕਦੇ ਹਾਂ। ਵਧੀਆ ਸੋਚ, ਕੰਮਾਂ, ਵਿਸ਼ਵਾਸਾਂ ਵਾਲਾ ਸਮੂਹ ਹੀ ਆਪਣੇ ਸਮੂਹ ਦੇ ਵਿਅਕਤੀਆਂ ਦੀ ਪਹਿਚਾਣ ਦਾ ਸਕਾਰਾਤਮਕ ਨਿਰਮਾਣ ਕਰ ਸਕਦਾ ਹੈ। ਸਾਥੀ ਸਮੂਹ ਹੀ ਸਿਖਾਉਂਦਾ ਹੈ ਕਿ ਕਿਹੜਾ ਕੰਮ ਸਮਾਜਿਕ ਤੌਰ 'ਤੇ ਸਹੀ ਹੈ ਤੇ ਕਿਹੜਾ ਗਲਤ। ਇਸ ਪ੍ਰਕਾਰ ਸਮਾਜਿਕ ਨਜ਼ਰੀਏ ਦਾ ਵਿਕਾਸ ਵੀ ਸਾਥੀ ਸਮੂਹ ਦੇ ਨਜ਼ਰੀਏ ਰਾਹੀਂ ਹੋਣ ਲੱਗਦਾ ਹੈ। ਤਾਂ ਇਸ ਤਰ੍ਹਾਂ ਨਾਲ ਅਸੀਂ ਆਪਣੀ ਪਹਿਚਾਣ ਆ ਜਿਹੜੀ ਉਹ ਵਧੀਆ ਢੰਗ ਨਾਲ ਸਮਾਜ ਦੇ ਵਿੱਚ ਬਣਾ ਸਕਦੇ ਹਾਂ। ਅੱਗੇ ਹੈਗਾ ਵਿਅਕਤੀਗਤ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਸਹਾਈ। ਜਿਹੜਾ ਸਾਥੀ ਸਮੂਹ ਆ ਇੱਕ ਅਜਿਹਾ ਸਮੂਹ ਆ, ਅਸੀਂ ਕਹਿੰਦੇ ਇੱਕ ਮਿੰਨੀ ਸੁਸਾਇਟੀ ਆ ਜਿਸ ਦੇ ਨਿਯਮ ਨੇ, ਸਟੈਂਡਰਡ ਨੇ ਆਦਿ ਸਾਰਾ ਕੁਝ ਜਿਹੜਾ ਵਿਅਕਤੀਆਂ ਦੁਆਰਾ ਹੀ ਬਣਾਏ ਜਾਂਦੇ ਨੇ। ਇਹਨਾਂ ਦੇ ਉੱਤੇ ਹੋਰ ਕਿਸੇ ਬਾਲਗਾਂ ਦਾ ਕੋਈ ਅਧਿਕਾਰ ਨਹੀਂ ਹੁੰਦਾ। ਇਸੇ ਲਈ ਜਿਹੜਾ ਇਹ ਸਮੂਹ ਆ ਇਸ ਵਿੱਚ ਵਿਅਕਤੀ ਸੁਤੰਤਰਤਾ ਅਨੁਭਵ ਕਰਦੇ ਨੇ ਕਿਉਂਕਿ ਆਪਣੇ ਮਨ ਅਨੁਸਾਰ ਕੁਝ ਵੀ ਕਰ ਸਕਦੇ ਨੇ। ਉਹਨਾਂ ਨੂੰ ਕਿਸੇ ਕੰਮ 'ਤੇ ਕਿਸੇ ਦੀ ਵੀ ਰੋਕ ਟੋਕ ਨਹੀਂ ਹੁੰਦੀ। ਤਾਂ ਇਸ ਲਈ ਉਹ ਕੀ ਕਰਦੇ ਨੇ, ਵਿਅਕਤੀਗਤ ਸੁਤੰਤਰਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੇ ਨੇ। ਫਿਰ ਅੱਗੇ ਹੈਗਾ ਸਾਥੀ ਸਮੂਹ ਦਾ ਦਬਾਅ, ਪੀਅਰ ਪ੍ਰੈਸ਼ਰ। ਕਿਸੇ ਸਮੂਹ ਦੇ ਮੈਂਬਰਾਂ 'ਤੇ ਆਪਣੇ ਸਮੂਹ ਵਾਂਗ ਵਿਚਰਨ ਦਾ, ਸਮੂਹ ਦੇ ਅਨੁਸਾਰ ਹੀ ਕੰਮ ਕਰਨ ਦਾ ਦਬਾਅ ਹੁੰਦਾ ਹੈ ਕਿ ਅਸੀਂ ਸਾਰਿਆਂ ਨੇ ਇੱਕ ਸਾਰ ਦਾ ਹੀ ਕੰਮ ਕਰਨਾ। ਇਹ ਪ੍ਰੈਸ਼ਰ ਹੁੰਦਾ ਹੈ। ਜਿਵੇਂ ਕਈ ਵਾਰੀ ਵਿਅਕਤੀ ਆਪਣੇ ਸਮੂਹ ਦੇ ਮੈਂਬਰਾਂ ਦੇ ਵਿਚਾਰਾਂ ਦੇ ਦਬਾਅ ਵਿੱਚ ਆ ਕੇ ਨਸ਼ਾ ਕਰਨ, ਸਮਾਜ ਪ੍ਰਤੀ ਗਲਤ ਕੰਮ ਕਰਨ ਲੱਗ ਜਾਂਦੇ ਨੇ। ਇਸ ਗੱਲ ਦੇ ਡਰ ਕਾਰਨ ਉਸਦੇ ਸਾਥੀ ਉਸ ਨੂੰ ਕਮਜ਼ੋਰ ਜਾਂ ਡਰਪੋਕ ਨਾ ਕਹਿਣ, ਉਹਨਾਂ ਦੀ ਪਹਿਚਾਣ ਵਿੱਚ ਨਕਾਰਾਤਮਕਤਾ ਪੱਖ ਨਾ ਆਵੇ। ਇਸ ਲਈ ਉਹ ਕੀ ਨੇ, ਸਮੂਹ ਦੇ ਵਿੱਚ ਆਪਣਾ ਜਿਹੜਾ ਵਿਕਾਸ ਆ ਉਸ ਢੰਗ ਨਾਲ ਕਰਦੇ ਨੇ। ਗਲਤ ਕੰਮ ਜਿਹੜਾ ਉਹ ਨਹੀਂ ਕਰਦੇ, ਸਹੀ ਕੰਮ ਲਈ ਪ੍ਰੇਰਿਤ ਹੁੰਦੇ ਨੇ। ਤਾਂ ਇਸ ਦੇ ਮੈਂਬਰਾਂ ਦਾ ਸਮਾਜ, ਪੜ੍ਹਾਈ, ਨੈਤਿਕਤਾ ਆਦਿ ਪ੍ਰਤੀ ਸਾਰਥਕ ਤੇ ਸਕਾਰਾਤਮਕ ਵਿਕਾਸ ਵੀ ਹੁੰਦਾ ਹੈ। ਇਹ ਨਕਾਰਾਤਮਕ ਜਾਂ ਸਕਾਰਾਤਮਕ ਵਿਕਾਸ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਸਾਡਾ ਨਿੱਜੀ ਸਮਾਜ ਅਰਥਾਤ ਸਾਥੀ ਸਮੂਹ ਜਿਸ ਵਿੱਚ ਅਸੀਂ ਵਿਚਰਦੇ ਹਾਂ ਉਸਦੇ ਵਿਵਹਾਰ, ਰੁਚੀਆਂ, ਕੰਮ ਆਦਿ ਕਿਹੋ ਜਿਹੇ ਹਨ। ਅੱਗੇ ਹੈਗਾ ਭਵਿੱਖਤ ਸਮੱਸਿਆਵਾਂ। ਇੱਕ ਸਫਲ ਤੇ ਸਕਾਰਾਤਮਕ ਸਾਥੀ ਸਮੂਹ ਦੇ ਮੈਂਬਰਾਂ ਦਾ ਮਨੋਵਿਗਿਆਨਕ ਅਤੇ ਅਕਾਦਮਿਕ ਵਿਕਾਸ ਵਧੀਆ ਹੁੰਦਾ ਹੈ, ਜਦਕਿ ਗਲਤ ਕੰਮਾਂ 'ਚ ਪਏ ਸਮੂਹ ਦੇ ਮੈਂਬਰ ਇਹਨਾਂ ਗਲਤ ਕੰਮਾਂ 'ਚ ਰੁੱਝੇ ਰਹਿੰਦੇ ਨੇ, ਆਪਣਾ ਸਮਾਂ ਬਰਬਾਦ ਕਰਦੇ ਨੇ, ਆਪਣੀ ਜ਼ਿੰਦਗੀ ਦਾ ਕੋਈ ਆਧਾਰ ਨਹੀਂ ਬਣਾ ਪਾਉਂਦੇ, ਜਿਸ ਕਾਰਨ ਭਵਿੱਖ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ। ਇੱਥੋਂ ਤੱਕ ਕਿ ਨੌਕਰੀ ਤੇ ਵਿਆਹ ਆਦਿ ਦੀਆਂ ਵੀ ਸਮੱਸਿਆਵਾਂ ਆਉਂਦੀਆਂ ਨੇ। ਅੱਗੇ ਹੈਗਾ ਸੂਚਨਾ ਦੇ ਸਰੋਤ ਦੇ ਤੌਰ 'ਤੇ। ਜਿਹੜਾ ਸਾਥੀ ਸਮੂਹ ਸੂਚਨਾ ਦੇ ਸਰੋਤ ਦੇ ਤੌਰ 'ਤੇ ਕੰਮ ਕਰਦਾ ਹੈ। ਸਮੂਹ ਦੇ ਮੈਂਬਰਾਂ ਵਿੱਚ ਵਿਚਰਦੇ ਹੋਏ ਵਿਅਕਤੀ ਹੈ ਜਿਹੜਾ ਆਪਣੇ ਵਿਅਕਤੀਗਤ ਦ੍ਰਿਸ਼ਟੀਕੋਣ, ਵਿਚਾਰ, ਜਾਣਕਾਰੀ ਤੋਂ ਇਲਾਵਾ ਆਪਣੇ ਸਾਥੀ ਸਮੂਹ ਦੇ ਮੈਂਬਰਾਂ ਦੀ ਜਾਣਕਾਰੀ, ਦ੍ਰਿਸ਼ਟੀਕੋਣਾਂ ਤੋਂ ਵੀ ਜਾਣੂ ਹੁੰਦਾ ਹੈ। ਉਹ ਆਪਣੀ ਜਾਣਕਾਰੀ ਦੇ ਘੇਰੇ ਵਿੱਚ ਵਾਧਾ ਕਰਦਾ ਰਹਿੰਦਾ ਹੈ। ਸਮੂਹ ਦੇ ਦੂਸਰੇ ਮੈਂਬਰ ਨੇ ਜਿਹੜੇ ਉਸ ਮੈਂਬਰਾਂ ਦੇ ਸਮਾਜ, ਰੀਤੀ ਰਿਵਾਜ, ਮਾਨਕਾਂ ਆਦਿ ਬਾਰੇ ਜਾਣਕਾਰੀ ਹੈ ਜਿਹੜੀ ਉਹ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸਾਥੀ ਸਮੂਹ ਆ ਜਿਹੜਾ ਵਿਅਕਤੀ ਦਾ ਸੋਰਸ ਆਫ ਇਨਫੋਰਮੇਸ਼ਨ ਹੁੰਦਾ ਹੈ ਤੇ ਉਸ ਦੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਕਰਦਾ ਹੈ। ਅੱਗੇ ਟੀਚ ਜੈਂਡਰਸ ਰੋਲ। ਸਾਥੀ ਸਮੂਹ ਆਪਣੇ ਸਮੂਹ ਦੇ ਮੈਂਬਰਾਂ ਨੂੰ ਲਿੰਗਿਕ ਭੂਮਿਕਾਵਾਂ ਅਰਥਾਤ ਸਮਾਜ ਵੱਲੋਂ ਉਹਨਾਂ ਤੋਂ ਕੀਤੀਆਂ ਜਾਂਦੀਆਂ ਉਮੀਦਾਵਾਂ, ਸਮਾਜਿਕ ਜ਼ਿੰਮੇਵਾਰੀਆਂ ਬਾਰੇ ਦੱਸਦੇ ਨੇ ਤੇ ਉਹਨਾਂ ਨੂੰ ਜਿਹੜੇ ਜੈਂਡਰ ਰੋਲਸ ਨੇ ਉਹਨਾਂ ਬਾਰੇ ਦੱਸਦੇ ਨੇ ਕਿ ਉਹਨਾਂ ਨੂੰ ਕੀ ਤੇ ਕਿਹੋ ਜਿਹੇ ਕੰਮ ਕਰਨੇ ਚਾਹੀਦੇ ਨੇ। ਇਹ ਸਾਥੀ ਸਮੂਹਾਂ ਵਿੱਚ
ਇਕੱਲੇ ਮੁੰਡਿਆਂ ਦਾ ਸਮੂਹ, ਇਕੱਲੀਆਂ ਕੁੜੀਆਂ ਜਾਂ ਮੁੰਡੇ ਕੁੜੀਆਂ ਦਾ ਸਮੂਹ ਇਕੱਠਾ ਹੋ ਸਕਦਾ ਹੈ। ਸਮੂਹ ਦੇ ਮੈਂਬਰਾਂ ਦੇ ਦਬਾਅ ਉਹਨਾਂ ਦੇ ਜੈਂਡਰ ਅਨੁਸਾਰ ਵਿਵਹਾਰ ਕਰਨ, ਕੰਮ ਕਰਨ ਦੇ ਵਿੱਚ ਮਦਦ ਕਰਦਾ ਹੈ। ਅੱਗੇ ਸਾਡੇ ਕੋਲ ਹੈਗਾ ਪੁਆਇੰਟ ਰਿਸਕ ਟੇਕਿੰਗ ਬਿਹੇਵੀਅਰ। ਸਮੂਹ ਦੇ ਵਿੱਚ ਰਹਿਣ ਨਾਲ ਜਿਹੜੇ ਕਿਸ਼ੋਰ ਨੇ ਉਹ ਜੋਖਮ ਲੈਣ ਵਾਲਾ ਵਿਵਹਾਰ ਜਿਹੜਾ ਹੈ ਉਹ ਅਪਣਾਉਂਦੇ ਨੇ। ਸਾਥੀ ਸਮੂਹ ਦਾ ਪ੍ਰਭਾਵ ਆ ਜਿਹੜਾ ਉਹ ਖਤਰੇ ਵਾਲਾ ਹੁੰਦਾ ਹੈ। ਇਸ ਅਵਸਥਾ ਵਿੱਚ ਬੱਚੇ ਨੇ ਜਿਹੜੇ ਕਿਸ਼ੋਰ ਅਵਸਥਾ ਦੀ ਗੱਲ ਕਰਾਂਗੇ ਅਸੀਂ, ਆਪਣਾ ਜ਼ਿਆਦਾਤਰ ਸਮਾਂ ਪਰਿਵਾਰ ਦੀ ਬਜਾਏ ਸਾਥੀ ਸਮੂਹ ਨਾਲ ਕਈ ਸਮਾਜਿਕ ਵਿਹਲੇ ਸਮੇਂ ਤੇ ਕਈ ਕਿਰਿਆਵਾਂ ਕਰਦੇ ਹੋਏ ਬਤੀਤ ਕਰਦੇ ਨੇ। ਸਾਥੀ ਸਮੂਹ ਦਾ ਦਬਾਅ ਤੇ ਨਿਯੰਤਰਣ ਇਸ ਦੇ ਮੈਂਬਰਾਂ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਨੂੰ ਸਹੀ ਜਾਂ ਗਲਤ ਦੱਸਦੇ ਹੋਏ ਉਹਨਾਂ ਤੇ ਨਿਯੰਤਰਣ ਕਰਦਾ ਹੈ। ਕਈ ਲਿੰਗਿਕ, ਸਮਾਜਿਕ ਆਦਿ ਸੰਬੰਧਿਤ ਕਿਰਿਆਵਾਂ ਗਲਤ ਹੋਣ ਤਾਂ ਸਮੱਸਿਆ ਦਾ ਕਾਰਨ ਬਣਦੀਆਂ ਨੇ, ਜਿਨ੍ਹਾਂ ਨੂੰ ਨਿਯੰਤਰਣ ਕਰਨਾ ਸਾਥੀ ਸਮੂਹ ਦੇ ਮੈਂਬਰਾਂ ਦੇ ਹੱਥ ਵਿੱਚ ਹੁੰਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਥੀ ਸਮੂਹ ਆ ਜਿਹੜਾ ਉਹ ਜੋਖਿਮ ਲੈਣ ਵਾਲਾ ਬਿਹੇਵੀਅਰ ਹੈ ਜਿਹੜਾ ਸਿਖਾਉਂਦਾ ਹੈ। ਅੱਗੇ ਹੈਗਾ ਸ਼ਖਸੀਅਤ ਦੇ ਵਿਕਾਸ ਤੇ ਗਰੁੱਪ ਦੇ ਪੱਧਰ ਦਾ ਪ੍ਰਭਾਵ, ਗਰੁੱਪ ਲੈਵਲ ਇਫੈਕਟ ਔਨ ਪਰਸਨੈਲਿਟੀ ਡਿਵੈਲਪਮੈਂਟ। ਜਿਹੜਾ ਗਰੁੱਪ ਆ ਉਹ ਸਮਾਜੀਕਰਨ ਦੇ ਸਿਧਾਂਤ, ਸਮਾਜੀਕਰਨ ਸਮੂਹ ਪ੍ਰਕਿਰਿਆ ਦੁਆਰਾ ਪਹਿਚਾਣ ਦੇ ਵਿਕਾਸ ਤੇ ਸਾਥੀ ਸਮੂਹ ਦੇ ਪ੍ਰਭਾਵ ਬਾਰੇ ਦੱਸਦਾ ਹੈ। ਇਸ ਸਮਾਜਿਕ ਸਮੂਹ ਪ੍ਰਕਿਰਿਆ ਵਿੱਚ ਇੱਕ ਆਤਮ ਸਾਥੀਕਰਨ ਦੀ ਪ੍ਰਕਿਰਿਆ ਹੁੰਦੀ ਹੈ, ਜਿਸ ਰਾਹੀਂ ਵਿਅਕਤੀ ਆਪਣੇ ਸਮੂਹ ਦੇ ਮੈਂਬਰਾਂ ਦੇ ਨਿਯਮਾਂ, ਮਾਨਕ, ਵਿਸ਼ਵਾਸ, ਵਿਵਹਾਰ ਆਦਿ ਨੂੰ ਅਪਣਾ ਲੈਂਦਾ ਹੈ, ਜਿਸ ਨਾਲ ਸਮੂਹ ਦੇ ਮੈਂਬਰ ਜ਼ਿਆਦਾ ਸਮੇਂ ਲਈ ਇੱਕੋ ਜਿਹੇ ਇੱਕ ਦੂਜੇ ਨਾਲ ਸਮਾਯੋਜਨ ਕਰਨ ਵਾਲੇ ਬਣ ਜਾਂਦੇ ਹਨ। ਪ੍ਰੋਸੈਸ ਆਫ ਸੋਸ਼ਲਾਈਜੇਸ਼ਨ, ਸਮਾਜੀਕਰਨ ਦੀ ਪ੍ਰਕਿਰਿਆ। ਸਮਾਜੀਕਰਨ ਦੀ ਪ੍ਰਕਿਰਿਆ ਹੈ ਜਿਹੜੀ ਉਹਦੇ ਵਿੱਚ ਅਸੀਂ ਕਹਾਂਗੇ ਕਿ ਸਮਾਜੀਕਰਨ ਦਾ ਰਿਵਾਇਤੀ ਸਿਧਾਂਤ ਉਹਦੇ ਅਨੁਸਾਰ ਬਚਪਨ ਵਿੱਚ ਸਿੱਖਣਾ ਇੰਨਾ ਵਿਸਤਾਰ ਤੇ ਸ਼ਕਤੀਸ਼ਾਲੀ ਹੁੰਦਾ ਹੈ ਕਿ ਇਸ ਅਵਸਥਾ ਵਿੱਚ ਬਣੇ ਵਿਸ਼ਵਾਸ ਤੇ ਰੁਝਾਨ ਬਾਲ ਅਵਸਥਾ ਵਿੱਚ ਵੀ ਹਾਜ਼ਰ ਰਹਿੰਦੇ ਨੇ। ਮੁੱਢਲਾ ਪਰਿਵਾਰ ਤੇ ਇੱਕ ਕਿਸਮ ਦਾ ਸਮਾਜੀਕਰਨ ਸ਼ਕਤੀਸ਼ਾਲੀ ਏਜੰਟ ਆ। ਜਿਵੇਂ ਹੀ ਬੱਚਾ ਪ੍ਰੌੜ ਹੁੰਦਾ ਹੈ ਉਸ ਦੇ ਸਾਥੀ ਸਮੂਹ ਦਾ ਪ੍ਰਭਾਵ ਵੱਧਦਾ ਜਾਂਦਾ ਹੈ। ਕਿਸ਼ੋਰ ਅਵਸਥਾ ਦੇ ਆਰੰਭ ਵਿੱਚ ਵਿਅਕਤੀ ਦੀ ਪਛਾਣ ਜਿਵੇਂ ਕਿ ਖੁਦ ਮੁਖਤਿਆਰੀ ਦੇ ਵਿਕਾਸ ਵਿੱਚ ਉਸਦੇ ਸਾਥੀ ਨੇ ਜਿਹੜੇ ਬਹੁਤ ਸਹਾਇਤਾ ਕਰਦੇ ਨੇ। ਫਿਰ ਅੱਗੇ ਹੈਗਾ ਸਾਥੀ ਸਮੂਹ ਦਾ ਵਾਤਾਵਰਨ। ਮਨੁੱਖ ਆਪਸ ਵਿੱਚ ਸਮਾਜਿਕ ਸੰਬੰਧਾਂ ਨਾਲ ਜੁੜੇ ਹੋਏ ਪ੍ਰਾਣੀ ਨੇ। ਬੱਚਿਆਂ ਤੇ ਨੌਜਵਾਨਾਂ ਦੇ ਸਮਾਜਿਕ ਵਿਕਾਸ, ਨਿੱਜੀ ਤੇ ਸਮਾਜਿਕ ਪਛਾਣ ਦੀ ਪ੍ਰੌੜਤਾ ਲਈ ਸਾਥੀ ਸਮੂਹ ਉਹਨਾਂ ਵਿੱਚ ਨੇੜਤਾ, ਗੂੜੇ ਮਿੱਤਰਤਾ ਪੂਰਵਕ ਸਕੂਲੀ ਤੇ ਬਾਹਰੀ ਸੰਬੰਧਾਂ ਆਦਿ ਦੇ ਵਿਕਾਸ ਵਿੱਚ ਅਹਿਮ ਸਥਾਨ ਰੱਖਦੇ ਨੇ। ਕਿਸ਼ੋਰ ਅਵਸਥਾ ਵਿੱਚ ਸਾਥੀਆਂ ਨਾਲ ਸਵੈ ਤੁਲਨਾ ਕਰਨ ਦਾ ਮਹੱਤਵਪੂਰਨ ਪੱਖ ਜੁੜ ਜਾਂਦਾ ਹੈ। ਜਦੋਂ ਕਿਸ਼ੋਰ ਆਪਣੀ ਪਛਾਣ ਨੂੰ ਆਪਣੇ ਸਾਥੀਆਂ ਨਾਲ ਜੋੜ ਕੇ ਦੱਸਦੇ ਨੇ, ਸਮੂਹ ਦੇ ਮੈਂਬਰ ਸਮੂਹ ਦੇ ਨਿਯਮਾਂ ਅਨੁਸਾਰ ਹੀ ਆਪਣਾ ਵਿਵਹਾਰ ਢਾਲਦੇ ਨੇ। ਇਸ ਤਰ੍ਹਾਂ ਸਾਥੀ ਸਮੂਹਾਂ ਦਾ ਕਿਸ਼ੋਰਾਂ ਦੇ ਵਿਕਾਸ ਉੱਪਰ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ। ਸੋ ਸਮੂਹ ਜਿਹੜਾ ਇਹ ਸਾਥੀ ਸਮੂਹ ਆ ਕਿਸ਼ੋਰਾਂ ਨੂੰ ਕੇਵਲ ਭਾਵਨਾਤਮਕ ਸਹਾਇਤਾ ਹੀ ਪ੍ਰਦਾਨ ਨਹੀਂ ਕਰਦਾ, ਬਲਕਿ ਉਹਨਾਂ ਦੇ ਪਛਾਣ ਦੇ ਵਿਕਾਸ ਲਈ ਵੀ ਜ਼ਰੂਰੀ ਸਮਾਜਿਕ ਪੱਧਰ ਮੁਹੱਈਆ ਕਰਾਉਂਦਾ ਹੈ। ਅੱਗੇ ਹੈਗਾ ਪਛਾਣ ਦਾ ਵਿਕਾਸ। ਸਾਥੀ ਸਮੂਹ ਦੇ ਨਾਲ ਹੀ ਕਿਸ਼ੋਰ ਆ ਜਿਹੜਾ ਉਹ ਆਪਣੀ ਪਛਾਣ ਦਾ ਵਿਕਾਸ ਕਰਦਾ ਹੈ, ਕਿਉਂਕਿ ਉਹ ਆਪਣਾ ਵਧੇਰੇ ਸਮਾਂ ਆਪਣਾ ਸਾਥੀਆਂ ਤੇ ਸਾਥੀ ਸਮੂਹਾਂ ਵਿੱਚ ਬਿਤਾਉਂਦਾ ਹੈ। ਉਹਨਾਂ ਤੋਂ ਸਹਾਇਤਾ, ਵਿਚਾਰਾਂ ਤੇ ਸਲਾਹਾਂ ਦਾ ਭਰੋਸਾ ਰੱਖਦਾ ਹੈ। ਇਸੇ ਕਰਕੇ ਕਿਹਾ ਜਾ ਸਕਦਾ ਹੈ ਕਿ ਕਿਸ਼ੋਰਾਂ ਦੀ ਪਛਾਣ ਦਾ ਨਿਰਮਾਣ ਦਾ ਕੁਝ ਕਾਰਜ ਉਹਨਾਂ ਦੇ ਸਾਥੀ ਸਮੂਹ ਦੇ ਤਾਲਮੇਲ ਨਾਲ ਪੂਰਾ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਕਿਸ਼ੋਰਾਂ ਦੇ ਸਾਥੀ ਸਮੂਹ ਉਹਨਾਂ ਦੀ ਪਛਾਣ ਨਿਰਮਾਣ ਵਿੱਚ ਵੱਖ-ਵੱਖ ਮੌਕਿਆਂ ਰਾਹੀਂ ਯੋਗਦਾਨ ਪਾਉਂਦੇ ਨੇ। ਅੱਗੇ ਸਾਂਝੀਆਂ ਰੁਚੀਆਂ ਤੇ ਗਤੀਵਿਧੀਆਂ।
ਸਾਥੀ ਸਮੂਹ ਆ ਜਿਹੜਾ ਕਿਸ਼ੋਰ ਦੀ ਪ੍ਰਵਾਨਗੀ ਨਾਲ ਉਸਦੀ ਬੋਲਬਾਣੀ, ਪਹਿਰਾਵਾ, ਵਿਵਹਾਰ, ਚੋਣਾਂ ਤੇ ਹੋਰ ਗਤੀਵਿਧੀਆਂ ਉਸਦੇ ਸਾਥੀਆਂ ਵਰਗੀਆਂ ਹੀ ਬਣ ਜਾਂਦੀਆਂ ਨੇ। ਇਸ ਤਰ੍ਹਾਂ ਉਹਨਾਂ ਦੀਆਂ ਸਮਾਨਤਾਵਾਂ ਦੇ ਵਧਣ ਨਾਲ ਉਸ ਨੂੰ ਸੁਰੱਖਿਆ, ਪ੍ਰਵਾਨਗੀ, ਪਰਿਪੱਕਤਾ ਦੀ ਸਮਝ ਹਾਸਲ ਹੁੰਦੀ ਹੈ। ਨੌਜਵਾਨਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਣੇ ਸਾਥੀ ਸਮੂਹ ਵਿੱਚ ਸਮਾਯੋਜਨ ਕਰਨਾ ਅਤੇ ਆਪਣੇ ਮਿੱਤਰਾਂ ਦੇ ਸ਼ੌਕਾਂ ਤੇ ਗਤੀਵਿਧੀਆਂ ਵਿੱਚ ਹਿੱਸਾ ਲੈਣ ਬਾਰੇ ਫੈਸਲਾ ਕਰਨ। ਇਸ ਤਰ੍ਹਾਂ ਸਮੂਹ ਦੇ ਨਾਲ ਵਧੇਰੇ ਸਮਾਂ ਇਕੱਠਿਆਂ ਬਿਤਾਉਣ ਨਾਲ ਸਾਂਝੇ ਅਨੁਭਵ ਨੇ ਜਿਹੜੇ ਉਹ ਹਾਸਲ ਕਰ ਸਕਦੇ ਨੇ। ਆਮ ਤੌਰ 'ਤੇ ਕਿਸ਼ੋਰ ਉਹਨਾਂ ਗਰੁੱਪਾਂ ਸਾਥੀਆਂ ਵੱਲ ਵਧੇਰੇ ਆਕਰਸ਼ਿਤ ਹੁੰਦੇ ਨੇ ਜਿਨ੍ਹਾਂ ਨਾਲ ਉਹਨਾਂ ਦੀਆਂ ਰੁਚੀਆਂ ਤੇ ਕਿਰਿਆਵਾਂ ਪੱਖੋਂ ਇੱਕੋ ਸੱਭਿਆਚਾਰਕ ਪਿੱਠ ਭੂਮੀ ਜਾਂ ਜੀਵਨ ਪ੍ਰਤੀ ਇੱਕੋ ਜਿਹੀ ਦ੍ਰਿਸ਼ਟੀ ਹੋਣ ਪੱਖੋਂ ਸਾਂਝ ਰੱਖਦੇ ਨੇ। ਤਾਂ ਇਸ ਤਰ੍ਹਾਂ ਨਾਲ ਅਸੀਂ ਕਹਿੰਦੇ ਹਾਂ ਕਿ ਸਾਥੀ ਸਮੂਹ ਆ ਜਿਹੜਾ ਉਹ ਐਡਜਸਟਮੈਂਟ ਕਰਨ ਲਈ ਜਿਹੜਾ ਉਹ ਵਿਅਕਤੀ ਨੂੰ ਸਿਖਾਉਂਦਾ ਹੈ ਤੇ ਜਿਹੜੇ ਸਾਂਝੀਆਂ ਰੁਚੀਆਂ ਤੇ ਸਾਂਝੀਆਂ ਗਤੀਵਿਧੀਆਂ ਨੇ ਉਹਦੇ ਨਾਲ ਮਨੁੱਖਾ ਜਿਹੜਾ ਉਹ ਵਧੀਆ ਆਪਣਾ ਪਹਿਚਾਣ ਨਿਰਮਾਣ ਆ ਜਿਹੜਾ ਉਹ ਕਰ ਸਕਦਾ ਹੈ। ਫਿਰ ਮੌਜੂਦਾ ਪਛਾਣ ਦੀ ਪ੍ਰਤੀਬੱਧਤਾ, ਜਿਹੜੀ ਮੌਜੂਦਾ ਪਛਾਣ ਹੁੰਦੀ ਆ ਉਸ ਦਾ ਵਿਲੱਖਣ ਵਿਅਕਤੀਗਤ ਸਵੈ ਧਾਰਨਾ ਇਹ ਵੀ ਜਿਹੜੀ ਨਿਰਮਾਣ ਵਿੱਚ ਸ਼ਾਮਿਲ ਹੁੰਦੀ ਹੈ। ਵਿਅਕਤੀ ਦੀ ਨਿੱਜੀ ਯਾਤਰਾ ਸੰਬੰਧੀ ਵਿਚਾਰ ਵੀ ਹੋ ਸਕਦਾ ਇਸ ਤਰ੍ਹਾਂ ਦਾ, ਜਦ ਕਿ ਸਮਾਜਿਕ ਰਿਸ਼ਤੇ ਪਛਾਣ ਦੇ ਵਿਕਾਸ ਦੇ ਨਿਰਮਾਣ ਵਿੱਚ ਪੁਨਰ ਬਲਣ ਲਈ ਜ਼ਰੂਰੀ ਭੂਮਿਕਾ ਨਿਭਾਉਂਦੇ ਨੇ। ਸਿਧਾਂਤਕਾਰਾਂ ਨੇ ਦਲੀਲ ਦਿੱਤੀ ਹੈ ਕਿ ਕਿਸ਼ੋਰ ਭਿੰਨ ਪ੍ਰਕਾਰ ਦੀ ਪਛਾਣ ਦੇ ਵਿਕਲਪਾਂ ਤੋਂ ਇਹ ਗ੍ਰਹਿਣ ਕਰਦੇ ਨੇ ਕਿ ਆਪਣੇ ਆਪ ਨੂੰ ਭਿੰਨ ਸਮਾਜਿਕ ਸੰਬੰਧਾਂ ਤੇ ਸੰਦਰਭਾਂ ਤਹਿਤ ਉਭਾਰ ਸਕਣ। ਇਸ ਤਰ੍ਹਾਂ ਨਾਲ ਅਸੀਂ ਕਹਿੰਦੇ ਹਾਂ ਕਿ ਜਿਹੜੀ ਆਈਡੈਂਟੀਟੀ ਰਹਿੰਦੀ ਆ ਮਨੁੱਖ ਦੀ ਉਹ ਇਸ ਲਈ ਪ੍ਰਤੀਬੱਧ ਹੁੰਦੀ ਆ, ਇਸ ਲਈ ਉਸ ਦੀ ਕਮਿਟਮੈਂਟ ਹੁੰਦੀ ਆ ਕਿ ਉਸ ਨੂੰ ਸੁਧਾਰਨਾ ਜਾਂ ਉਸ ਨੂੰ ਵਿਗਾੜਨਾ ਪੀਅਰ ਗਰੁੱਪ ਦੇ ਵਿੱਚ ਸ਼ਾਮਲ ਹੁੰਦਾ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪੀਅਰ ਗਰੁੱਪ ਆ ਉਹ ਵਿਅਕਤੀ ਦੀ ਪਛਾਣ ਨਿਰਮਾਣ ਦੇ ਵਿੱਚ ਬਹੁਤ ਜ਼ਿਆਦਾ ਭੂਮਿਕਾ ਨਿਭਾਉਂਦਾ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਅੱਗੇ ਫਿਰ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ। ਓਕੇ, ਥੈਂਕਸ।